ਦੀ ਅੱਜ ਇਹ ਸਵਾਲ ਅਸੀਂ ਪੁੱਛਾਂਗੇ। ਵਾਵਾ ਪਟੀਸ਼ਨ ਇਹਨੂੰ ਕਿਹਾ ਜਾਂਦਾ, ਆਖਿਰਕਾਰ ਇਹ ਪਟੀਸ਼ਨ ਹੁੰਦੀ ਕੀ ਹੈ, ਇਸ ਪਟੀਸ਼ਨ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ ਅਟਰਨੀ ਸਤਵੰਤ ਕੌਰ ਹੋਰਾਂ ਦੇ ਕੋਲ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨਹੀਂ, ਵਾਇਆ ਸਕਾਈਪ ਮੌਜੂਦ ਨੇ, ਉਹਨਾਂ ਦਾ ਮੈਂ ਸਵਾਗਤ ਕਰਦਾ। ਸਤਵੰਤ, ਹੋਪ ਯੂ ਆਰ ਡੂਇੰਗ ਗੁੱਡ ਐਂਡ ਹਾਊ ਵਾਜ਼ ਯੋਰ ਵੀਕਐਂਡ? Thank you so much. Weekend was great. ਸਤਿ ਸ਼੍ਰੀ ਅਕਾਲ ਸਤਵੰਤ। ਸੋ ਸਤਵੰਤ, ਅੱਜ ਅਸੀਂ ਕੀ ਜਾਣਾਂਗੇ ਔਰ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਸਮਝਾਓਗੇ? ਮੈਂ ਇਸ ਗੱਲ ਨੂੰ ਮੈਂ ਜ਼ਰੂਰ ਸਮਝਦਾ ਜਿੱਥੇ ਕਮਿਊਨਿਟੀ ਦੇ ਵਿੱਚ ਕਈ ਸਾਰੇ ਹੋਰ ਵੀ ਇਸ਼ੂਜ਼ ਨੇ, ਬਟ ਵੈਨ ਇਟ ਕਮਸ ਟੂ ਡੋਮੈਸਟਿਕ ਵਾਇਲੈਂਸ, ਅਬਿਊਜ਼, ਅੱਜ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਸਭ ਤੋਂ ਵੱਡਾ ਮੈਂ ਕਹਾਂਗਾ ਕਿ ਮਸਲਾ ਬਣਿਆ ਹੋਇਆ। ਐਂਡ ਆਈ ਵਿਲ ਡੈਫੀਨੇਟਲੀ want that you should recommend us what as in community we can do, as in viewer we can do. Okay, so ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਕਿ ਅਸੀਂ ਵਾਵਾ ਬਾਰੇ ਗੱਲ ਕਰਾਂਗੇ। ਵਾਵਾ ਪਹਿਲੀ ਗੱਲ ਕੀ ਹੈ? ਵਾਵਾ ਇਜ਼ ਅ ਵਾਇਲੈਂਸ ਅਗੇਂਸਟ ਵੂਮਨ ਐਕਟ। ਇਹ ਲਾਅ ਬਣਿਆ 1994 ਵਿੱਚ। ਇਹ ਇਸ ਲਾਅ ਦੇ ਮੁਤਾਬਿਕ, ਕਾਨੂੰਨ ਦੇ ਮੁਤਾਬਿਕ, ਅਗਰ ਤੁਹਾਡਾ ਜਿਹੜਾ ਪਾਰਟਨਰ ਹੈ ਜਾਂ ਤੁਹਾਡਾ ਪੈਰੈਂਟ ਜਾਂ ਚਾਈਲਡ ਹੈ ਉਹ US ਸਿਟੀਜ਼ਨ ਹੈ ਜਾਂ ਗ੍ਰੀਨ ਕਾਰਡ ਹੋਲਡਰ ਹੈ, ਤੇ ਤੁਸੀਂ ਉਹਨਾਂ ਤੋਂ ਬਿਨਾਂ ਹੀ ਆਪਣਾ ਕੇਸ ਲਗਾ ਸਕਦੇ ਹੋ, ਆਪਣੀ ਪਟੀਸ਼ਨ ਲਗਾ ਸਕਦੇ ਹੋ I-360 ਦੀ, ਤਾਂ ਕਿ ਤੁਹਾਨੂੰ ਇੱਥੇ ਲੀਗਲ ਸਟੇਟਸ ਮਿਲ ਸਕੇ। ਇਹ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਦੇ ਉੱਤੇ ਅਤਿਆਚਾਰ ਕੀਤਾ ਜਾਂਦਾ ਹੈ ਤੇ ਉਹ ਆਪਣੇ ਆਪ ਨੂੰ ਕਿੱਦਾਂ ਕਾਨੂੰਨਨ ਤਰੀਕੇ ਦੇ ਨਾਲ ਲੀਗਲ ਸਟੇਟਸ ਲੈ ਸਕਦੇ ਨੇ USA ਦੇ ਵਿੱਚ, ਉਹਨਾਂ ਵਾਸਤੇ ਹੈ। ਪਰ ਸਭ ਤੋਂ ਅਹਿਮ ਗੱਲ ਇੱਥੇ ਆ ਜਾਂਦੀ ਹੈ ਸਤਵੰਤ, ਜੋ ਕਿ ਸਾਡੀ ਕਮਿਊਨਿਟੀ ਦੇ ਮੈਂ ਕਹਾਂਗਾ ਯੂਨੀਵਰਸਲ ਫੈਕਟਸ ਨੇ। ਕਈ ਸਾਡੇ ਜਿਹੜੇ ਮੈਂ ਕਹਾਂਗਾ ਭਾਵੇਂ ਉਹ ਲਾੜਾ ਹੋਏ ਲਾੜੀ ਹੋਏ, ਪੰਜਾਬ ਤੋਂ ਜਾਂ ਵੱਖ-ਵੱਖ ਸਟੇਟ ਤੋਂ, ਇੰਡੀਆ ਤੋਂ ਵਿਆਹ ਕਰਾ ਕੇ ਇੱਥੇ ਆਉਂਦੇ ਹਨ, ਔਰ ਜਦੋਂ ਇੱਥੇ ਪਹੁੰਚਦੇ ਹਨ ਤਾਂ ਉਹਨਾਂ ਦੇ ਉੱਤੇ ਕਾਫੀ ਸਾਰਾ ਅਤਿਆਚਾਰ ਹੁੰਦਾ, ਉਹਨਾਂ ਨੂੰ ਅਬਿਊਜ਼ ਵੀ ਕੀਤਾ ਜਾਂਦਾ ਔਰ ਇਹ ਵੀ ਕਿਹਾ ਜਾਂਦਾ ਕਿ ਜੇਕਰ ਤੁਸੀਂ ਸਾਡੀਆਂ ਗੱਲਾਂ ਨਹੀਂ ਮੰਨੀਆਂ ਤਾਂ ਤੁਹਾਨੂੰ ਡਿਪੋਰਟ ਕਰਾ ਦਾਂਗੇ, ਤੁਹਾਨੂੰ ਗ੍ਰੀਨ ਕਾਰਡ ਨਹੀਂ ਮਿਲੇਗਾ, ਦਿਸ ਐਂਡ ਦੈਟ, ਬਹੁਤ ਸਾਰੀਆਂ ਗੱਲਾਂ ਹੁੰਦੀਆਂ। ਅੱਜ ਉਹਨਾਂ ਲਈ ਤੁਸੀਂ ਕੀ ਜਾਣਕਾਰੀ ਦਿਓਗੇ? ਸੋ ਅਸੀਂ ਦੱਸਾਂਗੇ ਕਿ ਕੌਣ ਅਪਲਾਈ ਕਰ ਸਕਦਾ ਹੈ। ਜੇ ਤੇ ਤੁਸੀਂ ਇੰਡੀਆ ਤੋਂ ਆਏ ਹੋ ਤੇ ਲੀਗਲ ਤਰੀਕੇ ਦੇ ਨਾਲ ਆਏ ਹੋ, ਤੁਹਾਨੂੰ ਤੁਹਾਡੇ ਹਸਬੈਂਡ ਜਾਂ ਵਾਈਫ ਨੇ ਅਪਲਾਈ ਕੀਤਾ, ਤੇ ਤੁਸੀਂ ਯੂਜਲੀ 2 ਸਾਲ ਦੀ ਕੰਡੀਸ਼ਨਲ ਗ੍ਰੀਨ ਕਾਰਡ ਤੇ ਆਉਂਦੇ ਹੋ, ਤੇ ਅੱਗੋਂ ਤੁਹਾਨੂੰ ਆਪਣੀ ਰਿਮੂਵਲ ਕਰਵਾਉਣੀ ਪੈਂਦੀ ਹੈ ਕੰਡੀਸ਼ਨ। ਉਹਦੇ ਵਾਸਤੇ ਇੱਕ ਅਲੱਗ ਪ੍ਰੋਸੈਸ ਹੈ। ਉਹਦੇ ਵਾਸਤੇ ਤੁਹਾਨੂੰ ਵਾਵਾ ਦਾ ਕੇਸ ਕਰਨ ਦੀ ਜ਼ਰੂਰਤ ਨਹੀਂ ਹੈ, ਅਨਲੈਸ ਤੁਹਾਨੂੰ ਗ੍ਰੀਨ ਕਾਰਡ ਨਹੀਂ ਸੀ ਮਿਲਿਆ ਤੇ ਤੁਸੀਂ ਗ੍ਰੀਨ ਕਾਰਡ ਆਪਣੇ ਵਾਵਾ ਦੇ ਬੇਸ ਤੇ ਲੈ ਰਹੇ ਹੋ, ਵਾਇਲੈਂਸ ਅਗੇਂਸਟ ਵੂਮਨ ਐਕਟ ਦੇ ਮੁਤਾਬਿਕ ਲੈ ਰਹੇ ਹੋ। ਸੋ ਵਾਵਾ ਜੋ ਕੇਸ ਹੈ, ਪਟੀਸ਼ਨ ਹੈ ਜੋ ਵਾਇਲੈਂਸ ਅਗੇਂਸਟ ਵੂਮਨ ਐਕਟ, ਉਹ ਸਿਰਫ ਔਰਤਾਂ ਵਾਸਤੇ ਨਹੀਂ ਹੈ। ਉਹ ਔਰਤ ਵੀ ਯੂਜ਼ ਕਰ ਸਕਦੀ ਹੈ ਤੇ ਮਰਦ ਵੀ ਯੂਜ਼ ਕਰ ਸਕਦਾ। ਸੋ ਫੋਰ ਐਗਜ਼ਾਮਪਲ, ਅਗਰ ਹਸਬੈਂਡ ਨੂੰ ਵਾਈਫ ਟੋਰਚਰ ਕਰ ਰਹੀ ਹੈ ਤੇ ਹਸਬੈਂਡ ਵੀ ਅਪਲਾਈ ਕਰ ਸਕਦਾ ਵਾਵਾ ਦੀ ਪਟੀਸ਼ਨ। ਅਗਰ ਵਾਈਫ ਨੂੰ ਹਸਬੈਂਡ ਤੰਗ ਕਰ ਰਿਹਾ ਤੇ ਤਾਂ ਵੀ ਉਹ ਵਾਵਾ ਦੀ ਪਟੀਸ਼ਨ ਕਰ ਸਕਦੇ ਨੇ। ਅਗਰ ਇੱਕ ਪੈਰੈਂਟ ਨੂੰ ਬੱਚਾ ਪਰੇਸ਼ਾਨ ਕਰ ਰਿਹਾ ਤੇ ਉਹ ਬੱਚਾ US ਸਿਟੀਜ਼ਨ ਹੈ ਜਾਂ ਗ੍ਰੀਨ ਕਾਰਡ ਹੋਲਡਰ ਹੈ, ਸੋ ਲੈਟਸ ਸੇ ਕਿ ਇੱਕ ਸਟੈਪ ਚਾਈਲਡ ਹੈ ਤੁਹਾਡਾ ਤੇ ਉਹ ਤੁਹਾਨੂੰ ਪਰੇਸ਼ਾਨ ਕਰਦਾ ਹੈ, ਤੇ ਤੁਸੀਂ ਤਾਂ ਵੀ ਵਾਵਾ ਦੀ ਪਟੀਸ਼ਨ ਕਰ ਸਕਦੇ ਹੋ। ਪਰ ਉਹ ਜਿਹੜਾ ਬੱਚਾ ਹੈ 21 ਸਾਲ ਜਾਂ 21 ਸਾਲ ਦੀ ਉਮਰ ਤੋਂ ਜ਼ਿਆਦਾ ਹੋਣਾ ਚਾਹੀਦਾ, ਤਾਂ ਕਿ ਸਟੈਪ ਪੈਰੈਂਟ ਨੂੰ ਕਿਸੇ ਵੀ ਤਰ੍ਹਾਂ ਦਾ ਕਾਨੂੰਨਨ ਬੈਨੀਫਿਟ ਹੋ ਸਕੇ ਵਾਵਾ ਦੀ ਪਟੀਸ਼ਨ ਦੇ ਥਰੂ। ਉਸ ਤੋਂ ਇਲਾਵਾ ਅਗਰ ਕੋਈ ਬੱਚਾ ਹੈ ਤੇ ਉਸਦਾ ਸਟੈਪ ਪੈਰੈਂਟ ਜਾਂ ਬਾਇਓਲੋਜੀਕਲ ਪੈਰੈਂਟ ਉਹਨੂੰ ਤੰਗ ਪਰੇਸ਼ਾਨ ਕਰ ਰਿਹਾ ਤੇ ਉਹ US ਸਿਟੀਜ਼ਨ ਤੇ ਗ੍ਰੀਨ ਕਾਰਡ ਹੋਲਡਰ ਹੈ, ਤੇ ਉਹ ਬੱਚਾ ਵੀ ਇਸ ਦਾ ਬੈਨੀਫਿਟ ਲੈ ਸਕਦਾ। ਪਰ ਉਹ ਬੱਚਾ 21 ਸਾਲ ਦੇ ਘੱਟ ਤੇ ਅਨਮੈਰਿਡ ਹੋਣਾ ਚਾਹੀਦਾ ਹੈ, ਤਾਂ ਉਹ ਇਸ ਪਟੀਸ਼ਨ ਦਾ ਬੈਨੀਫਿਟ ਲੈ ਸਕਦਾ ਹੈ। ਜਦ ਮੈਂ ਗੱਲ ਕਰ ਜੀ ਸੋ ਇਹਦੇ ਵਿੱਚ ਕੌਣ, ਮੈਂ ਕਹਾਂਗਾ ਕਿ ਜਿਵੇਂ ਤੁਸੀਂ ਦੱਸਿਆ ਕਿ ਬੱਚੇ ਵੀ ਜਾਂ ਫਿਰ ਵਾਈਫ ਵੀ, ਹਸਬੈਂਡ ਵੀ, ਈਵਨ ਤੁਸੀਂ ਕਿਹਾ ਕਿ ਪੇਰੈਂਟਸ ਵੀ ਇਹਦਾ ਜਿਹੜਾ ਹੈਗਾ ਉਹ ਫਾਇਦਾ ਲੈ ਸਕਦੇ ਹਨ ਇਸ ਪਟੀਸ਼ਨ ਦਾ। ਕਿਸ ਤਰੀਕੇ ਦੇ ਅਬਿਊਜ਼ ਦੀ ਗੱਲ ਕਰੀਏ ਜਾਂ ਫਿਰ ਕੀ ਹੋਰ ਇਹਦੇ ਵਿੱਚ ਗੱਲਾਂ ਹੁੰਦੀ ਹੈ ਕਿ ਜਿਹੜਾ ਪੈਟੀਸ਼ਨਰ ਹੈ ਉਹ ਕੁਆਲੀਫਾਈ ਹੁੰਦਾ? ਸੋ ਐਸ ਪਟੀਸ਼ਨ ਕੁਆਲੀਫਾਈ ਹੋਣ ਵਾਸਤੇ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਨਾਲ ਕੁੱਟਮਾਰ ਹੋਈ ਹੋਵੇ ਜਾਂ ਤੁਸੀਂ ਪੁਲਿਸ ਰਿਪੋਰਟ ਕੀਤੀ ਹੋਵੇ। ਇਸ ਵਾਸਤੇ ਇਹ ਸ਼ੋਅ ਕਰਨਾ ਪੈਂਦਾ ਕਿ ਤੁਹਾਡੇ ਨਾਲ ਐਕਸਟ੍ਰੀਮ ਕਰੂਅਲਟੀ ਹੋਈ ਹੈ ਤੇ ਜਾਂ ਤੁਹਾਡੇ ਨਾਲ ਬੈਟਰੀ ਹੋਈ ਹੈ। ਸੋ ਵਾਟ ਇਟ ਮੀਨਸ ਇਜ਼ ਕਿ ਤੁਹਾਨੂੰ ਜਿਹੜਾ ਤੁਹਾਡਾ ਅਬਿਊਜ਼ਰ ਹੈ, ਜਿਸਨੇ ਤੁਹਾਡੇ ਨਾਲ ਅਤਿਆਚਾਰ ਕੀਤਾ, ਉਸਨੇ ਜਾਣ ਬੁੱਝ ਕੇ ਤੁਹਾਨੂੰ ਨੁਕਸਾਨ ਪਹੁੰਚਾਇਆ, ਫਿਜ਼ੀਕਲ ਤਰੀਕੇ ਦੇ ਨਾਲ, ਮਤਲਬ ਕਿ ਤੁਹਾਡੇ ਨਾਲ ਕੁੱਟਮਾਰ ਕੀਤੀ ਹੈ, ਜਾਂ ਮੈਂਟਲ ਤਰੀਕੇ ਦੇ ਨਾਲ ਉਹਨਾਂ ਨੇ ਤੁਹਾਨੂੰ ਟੋਰਚਰ ਕੀਤਾ ਹੈ, ਜਾਂ ਉਹਨਾਂ ਨੇ ਤੁਹਾਨੂੰ ਇਮੋਸ਼ਨਲ ਤਰੀਕੇ ਦੇ ਨਾਲ ਤੁਹਾਡੇ ਤੇ ਅਤਿਆਚਾਰ ਕੀਤਾ ਹੈ, ਜਾਂ ਫਿਰ ਉਹਨਾਂ ਨੇ ਤੁਹਾਨੂੰ ਪਰੇਸ਼ਾਨ ਕੀਤਾ, ਤੁਹਾਨੂੰ ਸਕੂਲ ਨਹੀਂ ਜਾਣ ਦੇ ਰਹੇ, ਤੁਹਾਨੂੰ ਕੰਮ ਤੇ ਨਹੀਂ ਜਾਣ ਦੇ ਰਹੇ, ਤੁਹਾਡੇ ਜਿਹੜੇ ਪੈਸੇ ਨੇ ਉਹ ਤੁਹਾਨੂੰ ਵਾਰ-ਵਾਰ ਕਹਿ ਰਹੇ ਨੇ, ਤੁਹਾਡੇ ਸਾਰੇ ਪੈਸੇ ਲੈ ਲੈਂਦੇ ਨੇ ਉਹ, ਜਾਂ ਫਿਰ ਤੁਹਾਨੂੰ
ਤੰਗ ਕਰਦੇ ਨੇ ਕਿ ਸੈਕਸ਼ੂਅਲ ਤਰੀਕੇ ਦੇ ਨਾਲ ਤੁਹਾਨੂੰ ਮਿਸਅਪਰੋਪਰੀਟਲੀ ਟੱਚ ਕਰਦੇ ਨੇ, ਉਹ ਸਾਰੀਆਂ ਚੀਜ਼ਾਂ ਕੁਆਲੀਫਾਈ ਕਰਦੀਆਂ ਨੇ ਕਿ ਤੁਹਾਡੇ ਨਾਲ ਅਬਿਊਜ਼ ਹੋਈ ਹੈ, ਤੇ ਤੁਸੀਂ ਉਹਨਾਂ ਚੀਜ਼ਾਂ ਦੇ ਬੇਸ ਦੇ ਉੱਤੇ ਵਾਵਾ ਦੀ ਪਟੀਸ਼ਨ ਅਪਲਾਈ ਕਰ ਸਕਦੇ ਹੋ। ਪਰ ਇਸ ਪਟੀਸ਼ਨ ਦੇ ਵਿੱਚ ਮੈਂ ਜ਼ਰੂਰ ਜਾਣਨਾ ਚਾਹਾਂਗਾ ਸਤਵੰਤ, ਦਲੀਲਾਂ ਕੀ ਕੁਝ ਸੁਣਨ ਨੂੰ ਮਿਲਦੀਆਂ, ਕੀ ਕੋਈ ਪੇਪਰ ਵਰਕ ਜਿਹੜਾ ਤਿਆਰ ਹੁੰਦਾ ਹੈ ਔਰ ਤੁਸੀਂ ਫਿਰ ਉਹਨੂੰ ਕੋਰਟ ਦੇ ਸਾਹਮਣੇ ਰੱਖਦੇ ਹੋ? ਬਿਲਕੁਲ। ਸੋ ਯੂਜਲੀ ਦੇਖੋ, ਇੱਕ ਹਸਬੈਂਡ ਤੇ ਵਾਈਫ ਜੇ ਉਹਨਾਂ ਨੇ ਵਿਆਹ ਕੀਤਾ ਤੇ ਪਹਿਲੀ ਗੱਲ ਤੇ ਤੁਹਾਨੂੰ ਜਿਹੜੀਆਂ ਰਿਕੁਆਇਰਮੈਂਟਸ ਜਿਹੜੀਆਂ ਫੁਲਫਿਲ ਕਰਨੀਆਂ ਪੈਂਦੀਆਂ, ਜੇ ਹਸਬੈਂਡ ਤੇ ਵਾਈਫ ਹੈ ਤੁਹਾਨੂੰ ਸ਼ੋਅ ਕਰਨਾ ਪਏਗਾ ਕਿ ਤੁਹਾਡੀ ਗੁੱਡ ਫੇਥ ਮੈਰਿਜ ਸੀ, ਮਤਲਬ ਕਿ ਜੇ ਤੁਸੀਂ ਵਿਆਹ ਕਰਵਾਇਆ ਤੁਸੀਂ ਇੱਕ ਦੂਜੇ ਨਾਲ ਰਹਿਣਾ ਚਾਹੁੰਦੇ ਸੀ, ਉਹ ਇੱਕ ਅਸਲੀ ਵਿਆਹ ਸੀ। ਫਿਰ ਉਸ ਤੋਂ ਇਲਾਵਾ ਤੁਹਾਨੂੰ ਇਹ ਸ਼ੋਅ ਕਰਨਾ ਪੈਂਦਾ ਕਿ ਤੁਹਾਡੀ ਰੈਜ਼ੀਡੈਂਸ ਸੀ ਇਕੱਠਿਆਂ ਦੀ, ਕਿ ਤੁਸੀਂ ਇਕੱਠੇ ਰਹੇ ਹੋ ਕਿਸੇ ਨਾ ਕਿਸੇ ਟਾਈਮ ਦੇ ਉੱਤੇ, ਰਾਈਟ? ਜ਼ਰੂਰੀ ਨਹੀਂ ਹੈ ਕਿ ਤੁਸੀਂ ਬਹੁਤ ਸਾਲ ਇਕੱਠੇ ਰਹੇ ਹੋ, ਪਰ ਕੁਛ ਟਾਈਮ ਇਕੱਠੇ ਰਹੇ ਹੋ। ਹੁਣ ਉਹ ਜੇ ਤੁਸੀਂ ਇਕੱਠੇ ਰਹੇ ਹੋ ਤੇ ਤੁਹਾਡੇ ਬਿੱਲ ਇਕੱਠਿਆਂ ਦੇ ਹੋਣਗੇ, ਤੁਹਾਡੇ ਬੈਂਕ ਅਕਾਊਂਟਸ ਹੋਣਗੇ ਇਕੱਠਿਆਂ ਦੇ, ਤੁਹਾਡੇ ਕਾਸਕੋ ਦਾ ਕਾਰਡ, ਬੀਜਸ ਦਾ ਕਾਰਡ, ਕੋਈ ਨਾ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਤੁਹਾਨੂੰ ਲੀਗਲੀ ਸ਼ੋਅ ਕਰਦੀਆਂ ਨੇ ਕਿ ਹਸਬੈਂਡ ਐਂਡ ਵਾਈਫ ਹੋ ਤੁਸੀਂ। ਰੈਂਟਲ ਅਗਰੀਮੈਂਟ ਹੋ ਗਿਆ। ਫਿਰ ਜਾਂ ਤੁਹਾਡੇ ਜਿਹੜੇ ਜਾਣਕਾਰ ਨੇ ਉਹ ਵੀ ਤੁਹਾਨੂੰ ਐਫੀਡੇਵਿਟ ਦੇ ਸਕਦੇ ਨੇ ਕਿ ਅਸੀਂ ਜਾਣਦੇ ਹਾਂ ਕਿ ਇਹਨਾਂ ਦਾ ਲੀਗਲ ਤਰੀਕੇ ਦੇ ਨਾਲ ਵਿਆਹ ਹੋਇਆ, ਇਹ ਇਕੱਠੇ ਰਹਿੰਦੇ ਸੀ, ਇਹਨਾਂ ਦੇ ਵਿੱਚ ਕੀ ਹੋਇਆ, ਉਹ ਚੀਜ਼ ਤੁਸੀਂ ਸ਼ੋਅ ਕਰ ਸਕਦੇ ਹੋ। ਤੁਸੀਂ ਆਪਣੀ ਖੁਦ ਦੀ ਸਟੇਟਮੈਂਟ ਵੀ ਦਿੰਦੇ ਹੋ। ਉਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਚੀਜ਼ ਹੈ ਤੁਹਾਡਾ ਗੁੱਡ ਮੋਰਲ ਕੈਰੈਕਟਰ, ਮਤਲਬ ਕਿ ਤੁਹਾਡਾ ਖੁਦ ਦਾ ਇੱਕ ਵਧੀਆ ਕੈਰੈਕਟਰ ਹੋਣਾ ਬਹੁਤ ਜ਼ਰੂਰੀ ਹੈ। ਉਹਦਾ ਵੀ ਸਰਟੀਫਿਕੇਟ ਦੇਣਾ ਪੈਂਦਾ। ਤੁਸੀਂ FBI ਕੋਲੋਂ ਜਾਂ ਪੁਲਿਸ ਸਟੇਸ਼ਨ ਕੋਲ ਆਪਣੀ ਰਿਪੋਰਟ ਕਰਵਾ ਸਕਦੇ ਹੋ ਕਿ ਤੁਸੀਂ ਕਦੀ ਅਰੈਸਟ ਨਹੀਂ ਹੋਏ ਹੋ, ਤੇ ਜੇ ਕਦੀ ਅਰੈਸਟ ਹੋਏ ਹੋ, ਕਈ ਵਾਰੀ ਕੀ ਹੁੰਦਾ ਹਰ ਕਈ ਵਾਰੀ ਐਕਚੁਅਲੀ ਤੁਸੀਂ ਅਰੈਸਟ ਹੋਏ ਹੁੰਦੇ ਹੋ, ਤੇ ਅਰੈਸਟ ਇਸ ਕਰਕੇ ਹੋਏ ਹੁੰਦੇ ਕਿ ਜਿਹੜਾ ਪਾਰਟਨਰ ਤੁਹਾਨੂੰ ਅਬਿਊਜ਼ ਕਰ ਰਿਹਾ ਉਸ ਤੇ ਚਲਦੇ ਹੋਏ ਤੁਸੀਂ ਅਰੈਸਟ ਹੋ ਗਏ, ਤੇ ਤੁਸੀਂ ਸ਼ੋਅ ਕਰ ਸਕਦੇ ਹੋ। ਤੁਸੀਂ ਗੁੱਡ ਮੋਰਲ ਸਰਟੀਫਿਕੇਟ ਆਪਣੇ ਗੁਰਦੁਆਰਾ ਸਾਹਿਬ ਕੋਲ, ਟੈਂਪਲ ਕੋਲੋਂ, ਚਰਚ ਕੋਲੋਂ ਕਿਤੋਂ ਵੀ ਲੈ ਸਕਦੇ ਹੋ। ਤੇ ਉਸ ਤੋਂ ਇਲਾਵਾ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਉਹ ਸ਼ੋਅ ਕਰਨਾ ਪੈਂਦਾ ਕਿ ਤੁਹਾਡੇ ਨਾਲ ਐਕਚੁਅਲੀ ਤੁਸੀਂ ਸਫਰ ਕੀਤਾ, ਤੁਹਾਡੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦਾ ਅਤਿਆਚਾਰ ਹੋਇਆ। ਬਿਲਕੁਲ, ਜੇਕਰ ਕੋਈ ਅਤਿਆਚਾਰ ਹੋਇਆ ਤੇ ਕੋਈ ਵੀ ਸੁਣ ਰਿਹਾ ਇਸ ਪ੍ਰੋਗਰਾਮ ਨੂੰ, ਤਾਂ ਮੈਂ ਜ਼ਰੂਰ ਕਹਾਂਗਾ ਕਿ ਤੁਸੀਂ ਜਿਹੜਾ ਨੰਬਰ ਚੱਲ ਰਿਹਾ ਅਟਰਨੀ ਸਤਵੰਤ ਕੌਰ ਹੋਰਾਂ ਦਾ 7186750700 ਤੇ ਜ਼ਰੂਰ ਕਾਲ ਕਰਕੇ ਆਪਣੀ ਫ੍ਰੀ ਪਰਸਨਲ ਕੰਸਲਟੇਸ਼ਨ ਜਿਹੜੀ ਹੈਗੀ ਆ ਉਹ ਲੈ ਸਕਦੇ ਹੋ। ਕੋਈ ਵੀ ਤੁਹਾਡਾ ਸਵਾਲ ਹੈਗਾ ਉਹਨੂੰ ਜ਼ਰੂਰ ਲੈ ਸਕਦੇ ਹੋ। ਸਤਵੰਤ, ਜੇਕਰ ਮੈਂ ਤੁਹਾਡੇ ਗੱਲ ਕਰਾਂ, ਕਈ ਸਾਰੇ ਕਲਾਇੰਟਸ ਆਉਂਦੇ ਹੋਣਗੇ ਤੁਹਾਡੇ ਕੋਲ, ਇਸ ਕੇਸ ਦੇ ਵਿੱਚ ਸਪੈਸ਼ਲੀ ਕੀ ਕੁਝ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਹਨ ਵੈਨ ਇਟ ਕਮਸ ਟੂ ਆਰ ਕਮਿਊਨਿਟੀ? ਸੋ ਮੈਨੂੰ ਜੋ ਦੇਖਣ ਚ ਆਇਆ ਕਿ ਜ਼ਿਆਦਾਤਰ ਜਿਹੜੀ women against violence against women ਐਕਟ ਹੈ ਉਹ ਜ਼ਿਆਦਾਤਰ ਆਦਮੀ ਯੂਜ਼ ਕਰ ਰਹੇ ਨੇ, ਕਿਉਂਕਿ ਅੱਜ ਕੱਲ੍ਹ ਆਪਣੇ ਬਹੁਤ ਸਾਰੇ ਮੁੰਡਿਆਂ ਨੇ ਅਲੱਗ ਕਲਚਰਸ ਵਿੱਚ ਵਿਆਹ ਕਰਵਾਇਆ ਹੋਇਆ, ਤੇ ਮੇਰੇ ਮੋਸਟਲੀ ਕਲਾਇੰਟਸ ਮੇਲਸ ਨੇ ਇਸ ਚੀਜ਼ ਨੂੰ ਲੈ ਕੇ। ਸੋ ਉਹਨਾਂ ਦੀ ਆਪਸ ਵਿੱਚ ਬਣਦੀ ਨਹੀਂ ਹੈ, ਕਿਸੇ ਟਾਈਮ ਦੇ ਉੱਤੇ ਉਹਨਾਂ ਦੀ ਲੈਂਗੁਏਜ ਕਰਕੇ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ, ਜਾਂ ਕੁਛ ਨਾ ਕੁਛ ਉਹਨਾਂ ਦੇ ਨਾਲ ਏਦਾਂ ਹੋ ਜਾਂਦਾ ਕਿ ਇੱਕ ਟਾਈਮ ਦੇ ਉੱਤੇ ਕਿਸੇ ਨੂੰ ਸਰਦਾਰੀ ਪਸੰਦ ਸੀ, ਬਾਅਦ ਚ ਪਸੰਦ ਨਹੀਂ ਹੈ। ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਤੰਗ ਪਰੇਸ਼ਾਨ ਕੀਤਾ ਜਾਂਦਾ, ਤੇ ਤਾਂ ਵੀ ਉਹ ਉਹਨਾਂ ਦੇ ਡਾਕੂਮੈਂਟਸ ਜੋ, ਜਿਸ ਤਰ੍ਹਾਂ ਕਿ ਮੈਂ ਕਿਹਾ ਕਿ ਤੁਹਾਨੂੰ ਪ੍ਰੋਪਰ ਸ਼ੋਅ ਕਰਨਾ ਪੈਂਦਾ ਕਿ ਵਾਕਈ ਹੀ ਤੁਹਾਡਾ ਵਿਆਹ ਹੋਇਆ ਸੀ, ਤੁਸੀਂ ਇਕੱਠੇ ਰਹਿ ਰਹੇ ਸੀ ਕਿਸੇ ਟਾਈਮ ਦੇ ਉੱਤੇ, ਤੇ ਉਹ ਤੁਸੀਂ ਪੇਪਰ ਵਰਕ ਸ਼ੋਅ ਕਰਦੇ ਹੋ ਪਟੀਸ਼ਨ ਫਾਈਲ ਕਰਨ ਵਾਸਤੇ। ਤੇ ਯੂਜਲੀ ਇਸ ਤਰ੍ਹਾਂ ਦੇ ਹੀ ਪੇਪਰ ਵਰਕ ਸਾਨੂੰ ਇਕੱਠਾ ਕਰਨਾ ਪੈਂਦਾ। ਠੀਕ ਹੈ। ਸੋ ਕੀ ਅਸੀਂ ਤਾਂ ਵੀ ਅਪਲਾਈ ਕਰ ਸਕਦੇ ਹਾਂ ਜੇਕਰ ਅਸੀਂ ਇਨਐਡਮਿਸਿਬਲ ਹੈਗੇ ਯੂਨਾਈਟਿਡ ਸਟੇਟਸ ਦੇ ਵਿੱਚ? ਹਾਂਜੀ। ਸੋ ਇਨਐਡਮਿਸਿਬਿਲਿਟੀ ਕੀ ਹੈ ਕਿ ਇਨਐਡਮਿਸਿਬਿਲਿਟੀ ਮੀਨਸ ਕਿ ਤੁਸੀਂ ਇਲੀਗਲ ਤਰੀਕੇ ਦੇ ਨਾਲ USA 'ਚ ਐਂਟਰ ਕੀਤਾ, ਜੇ ਕਿ ਬਾਰਡਰ ਕ੍ਰਾਸ ਕੀਤਾ, ਤੇ ਤੁਹਾਡਾ ਕੋਈ 94 ਨਹੀਂ ਹੈ, ਕੀ ਤੁਸੀਂ ਫਿਰ ਵੀ ਵਾਵਾ ਦੀ ਪਟੀਸ਼ਨ ਅਪਲਾਈ ਕਰ ਸਕਦੇ ਹੋ? ਜਾਂ ਤੁਸੀਂ ਰਿਮੂਵੇਬਲ ਹੋ, ਮੀਨਿੰਗ ਕਿ ਤੁਹਾਨੂੰ ਆਰਡਰ ਆਫ ਰਿਮੂਵਲ ਹੋ ਚੁੱਕੇ ਨੇ ਜੱਜ ਵੱਲੋਂ, ਜਾਂ ਫਿਰ ਤੁਹਾਨੂੰ ਪਰਮਾਨੈਂਟ ਬਾਰ ਲੱਗੀ ਹੋਈ ਹੈ, ਮਤਲਬ ਕਿ ਤੁਸੀਂ USA ਵਿੱਚ ਸੀ ਤੇ ਤੁਸੀਂ USA ਤੋਂ ਬਾਹਰ ਚਲੇ ਜਾਂਦੇ ਹੋ ਤੇ ਫਿਰ ਰੀਐਂਟਰੀ ਕੀਤੀ ਹੈ, ਤੇ ਹੁਣ ਤੁਸੀਂ 10 ਸਾਲ ਵਾਸਤੇ ਬੈਨ ਹੋ ਗਏ ਹੋ USA ਤੋਂ। ਤੇ ਜਾਂ ਤੁਹਾਨੂੰ ਫਰਾਡ ਦੇ ਤਰੀਕੇ ਦੇ ਨਾਲ ਤੁਸੀਂ ਵੀਜ਼ਾ ਲਿਆ, ਜਦ ਤੁਸੀਂ ਇੰਡੀਆ ਤੋਂ ਆਏ ਹੋ ਤੇ ਤੁਸੀਂ ਉਹਨਾਂ ਨੂੰ ਕਹਿ ਦਿੱਤਾ ਕਿ ਮੇਰਾ ਵਿਆਹ ਨਹੀਂ ਹੋਇਆ ਜਦੋਂ ਕਿ ਤੁਹਾਡਾ ਉਸ ਟਾਈਮ ਤੇ ਵਿਆਹ ਹੋਇਆ ਸੀ, ਜਾਂ ਤੁਸੀਂ ਆਪਣੀ ਡੇਟ ਆਫ ਬਰਥ ਜਾਂ ਕੁਛ ਨਾ ਕੁਛ ਗਲਤ ਦੱਸ ਕੇ ਤੁਸੀਂ ਵੀਜ਼ਾ ਲਿਆ, ਜਾਂ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਦਾ ਕ੍ਰਾਈਮ ਕੀਤਾ, ਸਰਟਨ ਕ੍ਰਾਈਮਸ ਲਾਈਕ DUI ਕੀਤਾ, ਤੇ ਤੁਸੀਂ ਤਾਂ ਵੀ ਮਤਲਬ ਕਿ ਤੁਸੀਂ ਇਨਐਡਮਿਸਿਬਲ ਹੋ ਜਾਂਦੇ ਹੋ ਜੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਨੇ। ਤੇ ਪਰ ਫਿਰ ਵੀ ਤੁਸੀਂ ਵਾਵਾ ਦਾ ਕੇਸ ਅਪਲਾਈ ਕਰ ਸਕਦੇ ਹੋ। ਕਿੱਦਾਂ ਅਪਲਾਈ ਕਰ ਸਕਦੇ ਹੋ? ਤੁਸੀਂ ਵੇਵਰ ਲੈ ਸਕਦੇ ਹੋ। ਵੇਵਰ ਨੂੰ ਕੁਆਲੀਫਾਈ ਕਰਨ ਵਾਸਤੇ ਤੁਹਾਨੂੰ ਸ਼ੋਅ ਕਰਨਾ ਪੈਂਦਾ ਹੈ ਕਿ ਤੁਸੀਂ ਐਕਸਟ੍ਰੀਮ ਹਾਰਡਸ਼ਿਪ ਸਫਰ ਕਰੋਗੇ। ਅਗਰ ਤੁਹਾਨੂੰ ਇਹ ਵੇਵਰ ਨਹੀਂ ਦਿੱਤਾ ਜਾਂਦਾ ਤੇ ਤੁਹਾਨੂੰ ਆਪਣੀ ਕੰਟਰੀ ਵਿੱਚ ਵਾਪਸ ਜਾਣਾ ਪੈਂਦਾ।
ਹੋ ਸਕਦਾ ਕਿ ਤੁਹਾਡੇ ਜਿਹੜੇ ਅਬਿਊਜ਼ਰ ਨੇ ਉਹਨਾਂ ਦਾ ਕੋਈ ਨਾ ਕੋਈ ਇੰਡੀਆ ਵਿੱਚ ਜਾਂ ਕਿਤੇ ਹੋਰ ਕੰਟਰੀ ਵਿੱਚ ਰਹਿੰਦਾ ਹੈ ਤੇ ਤੁਹਾਨੂੰ ਉੱਥੇ ਪਰੇਸ਼ਾਨੀ ਹੋ ਸਕਦੀ ਹੈ। ਤੁਹਾਨੂੰ ਐਕਸਟ੍ਰੀਮ ਹਾਰਡਸ਼ਿਪ ਸ਼ੋ ਕਰਨੀ ਪਏਗੀ ਵੇਵਰ ਲੈਣ ਵਾਸਤੇ, ਤਾਂ ਕਿ ਤੁਸੀਂ I-94 ਤੋਂ ਬਿਨਾਂ ਜਾਂ ਕਿਸੇ ਨਾ ਕਿਸੇ ਫਰਾਡ ਤੋਂ ਬਿਨਾਂ ਅਗਰ ਹੈ ਵੀ ਤੇ ਤੁਸੀਂ ਵੇਵਰ ਦੇ ਥਰੂ ਅਪਲਾਈ ਕਰ ਸਕਦੇ ਹੋ। ਪਰ ਇੱਥੇ ਹੀ ਮੈਂ ਇੱਕ ਗੱਲ ਜ਼ਰੂਰ ਜਾਣਨਾ ਚਾਹਾਂਗਾ। ਅਸੀਂ ਵੇਖਦੇ ਹਾਂ ਕਿ ਸਾਡੀ ਕਮਿਊਨਿਟੀ ਦੇ ਵਿੱਚ ਇਹ ਇੱਕ ਤਰੀਕੇ ਦਾ ਜ਼ਰੂਰ ਮੁੱਦਾ ਵੀ ਬਣਿਆ ਹੋਇਆ, ਮਸਲਾ ਵੀ ਬਣਿਆ ਹੋਇਆ। ਪਰ ਕਈ ਵਾਰ ਇਹ ਵੀ ਹੁੰਦਾ ਹੈ ਸਤਵੰਤ ਕਿ ਜਿਹੜਾ ਸਪਾਊਸ ਹੈਗਾ, ਵਿਆਹ ਹੋ ਜਾਂਦਾ ਹੈ, ਉਹ 2-2 ਮਹੀਨੇ 3-3 ਮਹੀਨੇ ਘਰ ਹੀ ਨਹੀਂ ਹੁੰਦਾ, ਯੂ ਡੋਂਟ ਨੋ ਕਿ ਤੁਹਾਡਾ ਸਪਾਊਸ ਕਿੱਥੇ ਚੱਲ ਗਿਆ ਐਂਡ ਯੂ ਆਰ ਸਟਿਲ ਵੇਟਿੰਗ ਫॉर योर ਸਪਾਊਸ। ਕੋਈ ਤੁਹਾਡੇ ਨਾਲ ਕੰਟੈਕਟ ਨਹੀਂ ਹੋ ਰਿਹਾ, ਇੱਕ ਤਰੀਕੇ ਦਾ ਕੋਈ ਮੈਂ ਕਹਿ ਸਕਦਾ ਕਿ ਕੋਈ ਮਿਸਅੰਡਰਸਟੈਂਡਿੰਗ ਵੀ ਹੋ ਗਈ, ਜਾਂ ਫਿਰ ਯੂ ਕਾਂਟ ਫਾਈਂਡ ਯੋਰ ਸਪਾਊਸ। ਤੋਂ ਉਸ ਕੇਸ ਦੇ ਵਿੱਚ ਕੀ ਕੁਝ ਸਿਨੈਰੀਓ ਹੁੰਦਾ? ਸੋ ਤੁਹਾਨੂੰ ਜਿਹੜਾ ਇਹ ਸੋ ਦਿਸ ਇਜ਼ ਦ ਬਿਊਟੀ ਆਫ ਦ ਲਾ, ਰਾਈਟ? ਇਹ ਜਿਹੜਾ ਵਾਵਾ ਦੀ ਪਟੀਸ਼ਨ ਇਹਦੇ ਵਾਸਤੇ ਤੁਹਾਨੂੰ ਆਪਣੇ ਹਸਬੈਂਡ ਜਾਂ ਵਾਈਫ ਜਾਂ ਜਿਹੜਾ ਤੁਹਾਡਾ ਅਬਿਊਜ਼ਰ ਹੈ ਉਹਦੀ ਜ਼ਰੂਰਤ ਹੀ ਨਹੀਂ ਹੈ। ਤੁਹਾਨੂੰ ਉਹਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ ਹੈ ਕਿ ਤੁਸੀਂ ਇਹ ਕੇਸ ਨੂੰ ਲਾਇਆ। ਬੇਸ਼ੱਕ ਤੁਸੀਂ ਉਹਨਾਂ ਨੂੰ ਡਿਵੋਰਸ ਵੀ ਦਿੱਤਾ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਬਿਲਕੁਲ। ਸੋ ਇਸ ਤਰ੍ਹਾਂ ਹੈ ਕਿ ਪਹਿਲੀ ਗੱਲ ਤੇ ਤੁਹਾਨੂੰ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ, ਕਿਉਂਕਿ ਤੁਹਾਨੂੰ ਆਲਰੇਡੀ ਉਹਨਾਂ ਕੋਲ ਪਰੇਸ਼ਾਨੀ ਹੈ, ਤੁਹਾਨੂੰ ਆਲਰੇਡੀ ਪਤਾ ਕਿ ਤੁਹਾਡੇ ਨਾਲ ਬਿਕਾਜ਼ ਇਟਸ ਡੇਂਜਰਸ ਟੂ ਯੂ। ਸੋ ਜਿਹੜੀ USCIS ਹੈ ਉਹ ਇਸ ਚੀਜ਼ ਨੂੰ ਕੌਨਫੀਡੈਂਸ਼ੀਅਲ ਰੱਖਦੀ ਹੈ। ਪਹਿਲੀ ਗੱਲ ਤੇ ਤੁਸੀਂ ਅਪਲਾਈ ਕਰ ਸਕਦੇ ਹੋ, ਠੀਕ ਹੈ। ਅਗਰ ਜੇ ਤੁਹਾਡਾ ਡਿਵੋਰਸ ਹੋ ਚੁੱਕਿਆ, ਦੂਸਰੀ ਗੱਲ ਅਗਰ ਤੁਹਾਡਾ ਡਿਵੋਰਸ ਹੋ ਚੁੱਕਿਆ ਤੇ ਤੁਸੀਂ ਇਹ ਪਟੀਸ਼ਨ ਲਾ ਰਹੇ ਹੋ, ਉਹ ਤੁਸੀਂ ਪਟੀਸ਼ਨ ਡਿਵੋਰਸ ਤੋਂ ਫਾਈਨਲਾਈਜ਼ ਹੋਣ ਤੋਂ 2 ਸਾਲ ਦੇ ਅੰਡਰ ਲਾਣੀ ਹੈ। ਫॉर ਐਗਜ਼ਾਮਪਲ ਅਗਰ ਤੁਸੀਂ ਡਿਵੋਰਸ ਲਿਆ ਜਨਵਰੀ 10 2021 ਵਿੱਚ ਤੇ ਤੁਹਾਡੇ ਕੋਲ 2 ਸਾਲ ਨੇ ਪਟੀਸ਼ਨ ਲਾਉਣ ਦੇ, ਮਤਲਬ ਕਿ ਜਨਵਰੀ 10 2023 ਤੱਕ ਤੁਹਾਡੇ ਕੋਲ ਟਾਈਮ ਹੈ, ਤੁਸੀਂ ਵਾਵਾ ਦੀ ਪਟੀਸ਼ਨ ਲਾ ਸਕਦੇ ਹੋ। ਤੇ ਅਗਰ ਤੁਸੀਂ ਸਟਿਲ ਮੈਰਿਡ ਹੋ ਤੇ ਤੁਸੀਂ ਵਾਵਾ ਦੀ ਪਟੀਸ਼ਨ ਲਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਆਪਣੇ ਹਸਬੈਂਡ ਜਾਂ ਵਾਈਫ ਨੂੰ ਦੱਸਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ, ਤੇ ਤੁਸੀਂ ਉਹਨਾਂ ਨੂੰ ਬਿਨਾਂ ਦੱਸਿਆਂ ਕੌਨਫੀਡੈਂਸ਼ੀਅਲਿਟੀ ਵਿੱਚ ਇਹ ਕੰਮ ਕਰ ਸਕਦੇ ਹੋ। ਸਤਵੰਤ, ਕਿੰਨੇ ਕੇਸਿਸ ਹੋਏ ਨੇ ਕਿ ਇਹਦੇ ਵਿੱਚ ਜਿਹੜਾ ਹੈਗਾ ਪਟੀਸ਼ਨ ਜਦ ਪਾਈ ਔਰ ਤੁਸੀਂ ਸਟਰੋਂਗਲੀ ਤਰੀਕੇ ਨਾਲ ਪ੍ਰੂਵ ਕੀਤਾ ਕਿ ਡੈਫੀਨੇਟਲੀ ਯੂ ਕਮ ਅੰਡਰ ਦਿਸ ਪਟੀਸ਼ਨ, ਸੋ ਗ੍ਰੀਨ ਕਾਰਡ ਆ ਜਾਂਦਾ? ਕਿੰਨੇ ਟਾਈਮ ਦਾ ਆਉਂਦਾ ਹੈ, ਜਾਂ ਫਿਰ ਤੁਸੀਂ ਪਰਮਾਨੈਂਟ ਰੈਜ਼ੀਡੈਂਸ ਹੋ ਜਾਂਦੇ ਹੋ, ਕਿੰਨਾ ਟਾਈਮ ਲੱਗਦਾ ਹੈ? ਦਿਸ ਕੈਨ ਬੀ ਅ ਕੁਐਸਚਨਸ ਸਾਡੇ ਦਰਸ਼ਕਾਂ ਦੇ। ਐਬਸੋਲੂਟਲੀ। ਸੋ ਜਿਹੜਾ ਤੁਹਾਡਾ ਗ੍ਰੀਨ ਕਾਰਡ ਹੈ ਵਾਵਾ ਦੀ ਪਟੀਸ਼ਨ ਦੇ ਥਰੂ 10 ਸਾਲ ਦਾ ਗ੍ਰੀਨ ਕਾਰਡ ਆਉਂਦਾ, ਵਿਆਹ ਦੇ ਵਾਂਗ 2 ਸਾਲ ਦਾ ਨਹੀਂ, ਉਸ ਤੋਂ ਬਾਅਦ ਤੁਹਾਨੂੰ ਕੁਝ ਨਹੀਂ ਕਰਨਾ ਪੈਂਦਾ, ਇਦਾਂ ਨਹੀਂ ਹੈ। ਸੋ ਜੇ ਤੁਸੀਂ ਵਾਵਾ ਦੀ ਪਟੀਸ਼ਨ ਲਾਈਏ ਤਾਂ ਤੁਹਾਡਾ 10 ਸਾਲ ਦਾ ਗ੍ਰੀਨ ਕਾਰਡ ਆਉਂਦਾ। ਹੁਣ ਹਰਕੀਰਤ ਇੰਪੋਰਟੈਂਟ ਥਿੰਗ ਹੈ ਕਿ ਕਿੰਨਾ ਟਾਈਮ ਲੱਗਦਾ ਪਟੀਸ਼ਨ ਨੂੰ। ਪਟੀਸ਼ਨ ਕਰਨਾ ਤੇ ਗ੍ਰੀਨ ਕਾਰਡ 2 ਸੈਪਰੇਟ ਚੀਜ਼ਾਂ ਨੇ। ਤੁਹਾਨੂੰ I-360 ਦੀ ਪਟੀਸ਼ਨ ਕਰਨੀ ਪੈਂਦੀ ਹੈ ਕਿ ਤੁਹਾਨੂੰ ਵਾਇਲੈਂਸ ਅਗੇਂਸਟ ਵੂਮਨ ਐਕਟ ਦੀ ਬੈਨੀਫਿਟਸ ਮਿਲ ਸਕਣ। ਅਗਰ ਤੁਹਾਡੀ ਪਟੀਸ਼ਨ ਅਪਰੂਵ ਹੋ ਗਈ ਹੈ, ਪਹਿਲੀ ਗੱਲ ਤੇ ਇਸ ਨੂੰ ਤਕਰੀਬਨ 3 ਸਾਲ ਦਾ ਟਾਈਮ ਲੱਗ ਸਕਦਾ ਤੇ ਜ਼ਿਆਦਾ ਵੀ ਲੱਗ ਸਕਦਾ ਹੈ। ਅਗਰ ਤੁਸੀਂ ਆਪਣਾ ਗ੍ਰੀਨ ਕਾਰਡ ਤੇ ਵਾਵਾ ਦੀ ਪਟੀਸ਼ਨ ਇਕੱਠੇ ਹੀ ਅਪਲਾਈ ਕੀਤੀ ਹੈ ਤੇ ਫਿਰ ਤੁਹਾਨੂੰ 2 ਤੋਂ 6 ਮਹੀਨੇ ਦੇ ਵਿੱਚ ਵਰਕ ਪਰਮਿਟ ਮਿਲ ਜਾਂਦਾ ਹੈ। ਪਰ ਹਰ ਕੋਈ ਉਹ ਅਪਲਾਈ ਨਹੀਂ ਕਰ ਪਾਉਂਦਾ, ਕਿਉਂਕਿ ਕਈ ਲੋਕਾਂ ਦੇ ਕੋਲ I-94 ਨਹੀਂ ਹੁੰਦਾ ਤੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ ਇਮੀਡੀਏਟਲੀ। ਸੋ ਪਹਿਲਾਂ ਤੁਹਾਨੂੰ I-360 ਦੀ ਪਟੀਸ਼ਨ ਲਾਣੀ ਪੈਂਦੀ ਹੈ, ਵੇਵਰਸ ਲਾਣੇ ਪੈਂਦੇ ਨੇ, ਤੇ ਫਿਰ ਅਪਰੂਵਲ ਹੋਣ ਤੋਂ ਬਾਅਦ ਤੁਸੀਂ ਆਪਣੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਲਾਉਂਦੇ ਹੋ। ਕੁਝ ਲੋਕਾਂ ਦਾ ਜਲਦੀ ਪ੍ਰੋਸੈਸ ਹੋ ਜਾਏਗਾ ਕਿਉਂਕਿ ਉਹਨਾਂ ਨੇ ਆਪਣੀ I-360 ਦੀ ਪਟੀਸ਼ਨ, ਜੋ ਕਿ ਵਾਵਾ ਦੀ ਪਟੀਸ਼ਨ ਹੈ, ਤੇ ਆਪਣੀ ਗ੍ਰੀਨ ਕਾਰਡ ਦੀ ਪਟੀਸ਼ਨ ਇਕੱਠੀ ਕੀਤੀ ਹੈ, ਤੇ ਉਹਨਾਂ ਵਾਸਤੇ ਜ਼ਿਆਦਾ ਬੈਨੀਫਿਟ ਹੋ ਜਾਂਦਾ, ਥੋੜਾ ਜਲਦੀ ਪ੍ਰੋਸੈਸ ਹੋ ਜਾਂਦਾ। ਪਰ ਪਟੀਸ਼ਨ ਅਪਰੂਵਲ ਟਾਈਮ ਇਜ਼ ਅਬਾਊਟ 3 years or more. Right. I think, Satwant, you are discussing a very important issue for our society right now, ਜਿਸ ਬਾਰੇ ਕੋਈ ਗੱਲ ਹੀ ਨਹੀਂ ਕਰਦਾ, ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਮੈਂ ਜ਼ਰੂਰ ਕਹਾਂਗਾ ਕਿ ਅੱਜ ਵੀ ਇਹ ਗੱਲ ਹੈ ਕਿ ਕੋਈ ਗੱਲ ਨਹੀਂ ਕਰਦਾ, ਮਸਲਾ ਹੈਗਾ, ਅਸੀਂ ਚੁੱਪ ਕਰ ਜਾਂਦੇ ਹਾਂ, ਲੋਕ ਕੀ ਕਹਿਣਗੇ, ਔਰ ਅਸੀਂ ਫਿਰ ਜਿਹੜਾ ਹੈਗਾ ਉਸ ਜ਼ਿੰਦਗੀ ਨੂੰ ਬਤੀਤ ਕਰਦੇ ਹਾਂ। ਪਰ ਫਿਰ ਇੱਕ ਦਿਨ ਆਉਂਦਾ ਕਿ ਜਦ ਸਾਨੂੰ ਲੱਗਦਾ ਕਿ ਨਹੀਂ, ਮੈਂ ਆਪਣੇ ਦਿਨ ਜਿਹੜੇ ਨੇ ਵੇਸਟ ਕਰ ਦਿੱਤੇ, ਸੋ ਨਾਓ ਦਿਸ ਇਜ਼ ਅ ਟਾਈਮ ਟੂ ਗੈਟ ਸੈਪਰੇਟਡ। ਪਰ ਜਦ ਤੁਸੀਂ ਸੋਚਦੇ ਹੋ ਉਸ ਬਾਰੇ ਤਾਂ ਬਹੁਤ ਦੇਰ ਹੋ ਜਾਂਦੀ ਹੈ। ਸੋ ਆਈ ਥਿੰਕ ਇਫ ਯੂ ਆਰ ਗੈਟਿੰਗ ਐਨੀ ਕਾਈਂਡ ਆਫ ਹਰਾਸਮੈਂਟ, ਤੁਸੀਂ ਫ੍ਰੀ ਪਰਸਨਲ ਕੰਸਲਟੇਸ਼ਨ ਜਿਹੜਾ ਹੈਗਾ ਸਤਵੰਤ ਹੋਰਾਂ ਤੋਂ ਲੈ ਸਕਦੇ ਹੋ। ਤਜਰਬਾ ਹੈਗਾ, ਔਰ ਤਜਰਬੇ ਦੇ ਨਾਲ ਨਾਲ ਤੁਹਾਨੂੰ ਸਮਝਾਉਣਗੇ ਵੀ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਹੱਕ ਜਿਹੜੇ ਨੇ ਉਹਨਾਂ ਨੂੰ ਤੁਸੀਂ ਲੈ ਸਕਦੇ ਹੋ। 7186750700 ਦੇ ਉੱਤੇ ਕਾਲ ਕਰਕੇ ਫ੍ਰੀ ਪਰਸਨਲ ਕੰਸਲਟੇਸ਼ਨ 10 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਇਹਨਾਂ ਦਾ ਦਫ਼ਤਰ ਜਿਹੜਾ ਬਕਾਇਦਾ ਓਪਨ ਹੁੰਦਾ,
ਆਲ ਓਵਰ ਅਮਰੀਕਾ ਦੇ ਵਿੱਚ ਤੁਸੀਂ ਕਿਸੇ ਵੀ ਕੋਨੇ ਦੇ ਵਿੱਚ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ, ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਤੇ ਬਕਾਇਦਾ ਸਤਵੰਤ, ਮੈਂ ਇਹ ਵੀ ਜਾਣਨਾ ਚਾਹਾਂਗਾ ਕਿ ਇਸ ਪਟੀਸ਼ਨ ਦੇ ਤਹਿਤ ਕੋਈ ਇੰਟਰਵਿਊ ਵੀ ਹੁੰਦਾ? ਹਾਂਜੀ, ਸੋ I-360 ਦੀ ਇੰਟਰਵਿਊ ਨਹੀਂ ਹੁੰਦੀ, ਪਰ I-360 ਦੇ ਜਦੋਂ ਅਪਰੂਵਲ ਤੋਂ ਬਾਅਦ ਅਸੀਂ ਗ੍ਰੀਨ ਕਾਰਡ ਅਪਲਾਈ ਕਰਦੇ ਹਾਂ, ਉਸ ਦੀ ਇੰਟਰਵਿਊ ਹੁੰਦੀ ਹੈ। ਸੋ I-360 ਦੀ ਆਪਣੀ ਇੰਟਰਵਿਊ ਨਹੀਂ ਹੈ, ਬਟ ਤੁਸੀਂ ਜਦ ਉਹਨਾਂ ਦਾ ਗ੍ਰੀਨ ਕਾਰਡ ਅਪਲਾਈ ਕਰਦੇ ਹੋ ਬੇਸਡ ਔਨ ਵਾਵਾ ਪਟੀਸ਼ਨ, ਫਿਰ ਤੁਹਾਡੀ ਇੰਟਰਵਿਊ ਹੁੰਦੀ ਹੈ। ਐਂਡ ਮੇਰੀ ਰੈਕਮੈਂਡੇਸ਼ਨ ਆਪਣੀ ਆਡੀਅנס ਨੂੰ ਇਹ ਕਿ ਤੁਸੀਂ ਇਸ ਪਟੀਸ਼ਨ ਨੂੰ ਆਪਣੇ ਆਪ ਫਾਈਲ ਨਾ ਕਰੋ, ਕਿਉਂਕਿ ਇਹ ਇੱਕ ਅਟਰਨੀ ਤੁਹਾਨੂੰ ਬੈਟਰ ਗਾਈਡ ਕਰ ਪਾਏਗਾ ਕਿ ਕਿਸ ਤਰ੍ਹਾਂ ਦਾ ਪੇਪਰਵਰਕ ਚਾਹੀਦਾ ਹੈ। ਇੱਕ ਛੋਟੀ ਜਿਹੀ ਗੱਲ ਤੁਹਾਡੇ ਵਾਸਤੇ ਪ੍ਰੋਬਲਮੈਟਿਕ ਹੋ ਸਕਦੀ ਹੈ। ਅਟਰਨੀ ਨੂੰ ਹਾਇਰ ਕਰੋ, ਅਟਰਨੀ ਨੂੰ ਇੰਟਰਵਿਊ ਦੇ ਉੱਤੇ ਨਾਲ ਲੈ ਕੇ ਜਾਓ ਕਿ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਪ੍ਰੈਪ ਕਰ ਸਕਣ ਉਹ। ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਇਹ ਜ਼ਰੂਰੀ ਨਹੀਂ ਹੈ ਨਾ ਕਿ ਜਿਹੜਾ ਹਰਾਸਮੈਂਟ, a lot of people are suffering, so a lot of people come to the United States, ਤੇ ਉਹ ਸੋਚਦੇ ਨੇ ਕਿ ਵਿਆਹ ਕਰਵਾ ਲਿਆ ਇੱਥੇ, ਤੇ ਕਈ ਵਾਰੀ ਕੀ ਹੁੰਦਾ ਕਿ ਪੇਪਰਾਂ ਕਰਕੇ ਤੁਹਾਡੇ ਨਾਲ ਧੱਕਾ ਹੋ ਜਾਂਦਾ, ਕਿਉਂਕਿ ਕਿਸੇ ਨੂੰ ਪਤਾ ਕਿ ਤੁਹਾਨੂੰ ਗ੍ਰੀਨ ਕਾਰਡ ਦੀ ਜ਼ਰੂਰਤ ਹੈ ਤੇ ਉਹ ਗ੍ਰੀਨ ਕਾਰਡ ਹੋਲਡਰ ਨੇ ਜਾਂ US ਸਿਟੀਜ਼ਨ ਨੇ, ਤੁਹਾਨੂੰ ਵਾਰ-ਵਾਰ ਤੰਗ ਕਰਦੇ ਨੇ ਕਿ ਉਹ ਮੈਂ ਤੇਰੀ ਆਈਸ ਨੂੰ ਰਿਪੋਰਟ ਕਰ ਦੇਵਾਂਗਾ ਜੇ ਤੂੰ ਏਦਾਂ ਨਹੀਂ ਕਰੇਂਗੀ, ਜਾਂ ਵਾਈਫ ਕਹਿੰਦੀ ਹੈ ਮੈਂ ਤੈਨੂੰ ਗ੍ਰੀਨ ਕਾਰਡ ਦਵਾ ਰਹੀ ਹਾਂ ਤੇ ਤੂੰ ਆਪਣੇ ਆਪ ਨੂੰ a lot of things happen and people think ਕਿ ਨਹੀਂ ਮੈਨੂੰ ਪੇਪਰਸ ਦੀ ਜ਼ਰੂਰਤ, ਇਸ ਕਰਕੇ ਮੈਨੂੰ ਐਸ ਅਬਿਊਸਿਵ ਰਿਲੇਸ਼ਨਸ਼ਿਪ 'ਚ ਰਹਿਣਾ ਪਏਗਾ। ਉਹ ਜ਼ਰੂਰੀ ਨਹੀਂ ਹੈ। ਸੋ ਇਹ ਮੈਂ ਆਪਣੀ ਆਡੀਅנס ਨੂੰ ਦੱਸਣਾ ਚਾਹ ਰਹੀ ਹਾਂ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਇੱਕ ਉਸ ਰਿਲੇਸ਼ਨਸ਼ਿਪ ਦੇ ਵਿੱਚ ਰਹੋ ਜਿੱਥੇ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਜਿੱਥੇ ਤੁਹਾਡੀ ਕੋਈ ਸੁਣਵਾਈ ਨਹੀਂ ਹੈ, ਸਿਰਫ ਇਸ ਕਰਕੇ ਕਿਉਂਕਿ ਤੁਹਾਨੂੰ ਗ੍ਰੀਨ ਕਾਰਡ ਚਾਹੀਦਾ ਹੈ। ਤੁਸੀਂ ਉਸ ਰਿਲੇਸ਼ਨਸ਼ਿਪ ਚੋਂ ਬਾਹਰ ਨਿਕਲ ਸਕਦੇ ਹੋ ਤੇ ਤਾਂ ਵੀ ਆਪਣਾ ਇਮੀਗ੍ਰੇਸ਼ਨ ਦਾ ਬੈਨੀਫਿਟ ਲੈ ਸਕਦੇ ਹੋ। Right. That's the most important thing. That's what you need to know. And again, I need my audience to also know ਕਿ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਸਿਰਫ ਕਿਸੇ ਨਾਲ ਗ੍ਰੀਨ ਕਾਰਡ ਵਾਸਤੇ ਵਿਆਹ ਕਰਵਾਉਂਦੇ ਹੋ, ਕਿਉਂਕਿ ਇਹ ਲੇਖ ਨੇ ਜਿਹੜੇ ਧੁਰੂ ਲਿਖੇ ਜਾਂਦੇ ਨੇ, ਤੇ ਏਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਕਦੀ ਵੀ ਕਿ ਅਸੀਂ ਸਿਰਫ ਕਿਸੇ ਨੂੰ ਇਸਤੇਮਾਲ ਕਰ ਰਹੇ ਹਾਂ ਆਪਣੇ ਬੈਨੀਫਿਟ ਵਾਸਤੇ। That's also not good. ਰਾਈਟ ਆਈ ਥਿੰਕ ਜਿਹੜੇ ਇਸਤੇਮਾਲ ਕਰਦੇ ਆ ਜਸਟ ਫॉर ਦਾ ਗ੍ਰੀਨ ਕਾਰਡ, ਉਹਨਾਂ ਦੇ ਲਈ ਸਤਵੰਤ ਕੀ ਹੈ? ਉਹਨਾਂ ਦੇ ਲਈ ਡੰਡਾ ਹੈਗਾ। ਸੋ ਇਫ ਯੂ ਆਰ ਯੂਜ਼ਿੰਗ ਯੂਰ ਸਪਾਊਸ ਓਨਲੀ ਫॉर ਦਾ ਗ੍ਰੀਨ ਕਾਰਡ ਐਂਡ ਓਨਲੀ ਫॉर ਯੂਰ ਬੈਨੀਫਿਟਸ, ਤੇ ਉਹਨਾਂ ਦੇ ਲਈ ਡੰਡਾ ਹੈਗਾ, ਔਰ ਉਹ ਡੰਡਾ ਫਿਰ ਬਹੁਤ ਜ਼ਬਰਦਸਤ ਸਰਕਾਰ ਦਾ ਚੱਲਦਾ ਹੈਗਾ, ਔਰ ਉਹ ਕਲਮ ਦਾ ਡੰਡਾ ਹੈਗਾ। ਤੇ ਉਹਨਾਂ ਦੇ ਵੀ ਹੱਕ ਜ਼ਰੂਰ ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਲੈ ਕੇ ਆਵਾਂਗੇ। ਤੇ ਨਾਲ ਮੈਂ ਇਹ ਵੀ ਦਰਸ਼ਕਾਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਜੇਕਰ ਤੁਸੀਂ ਵਾਵਾ ਪਟੀਸ਼ਨ ਦੇ ਅਧੀਨ ਆਉਂਦੇ ਹੋ ਤਾਂ ਕਿੰਨਾ ਕੁ ਖਰਚਾ ਹੁੰਦਾ ਉਹ ਵੀ ਅਸੀਂ ਜ਼ਰੂਰ ਜਾਣਾਂਗੇ। ਔਰ ਤੁਹਾਡਾ ਕੋਈ ਹੋਰ ਵੀ ਸਵਾਲ ਹੈਗਾ ਇਮੀਗ੍ਰੇਸ਼ਨ ਨੂੰ ਲੈ ਕੇ, ਨਾਟ ਓਨਲੀ ਇਸ ਟੌਪਿਕ ਦੇ ਤਹਿਤ, ਤਾਂ ਵੀ ਤੁਸੀਂ ਸਾਨੂੰ ਲਾਈਵ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਸਤਵੰਤ ਜ਼ਰੂਰ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਣਗੇ। ਤੇ ਨਾਲ ਮੈਂ ਸਤਵੰਤ ਜਾਣਨਾ ਚਾਹਾਂਗਾ ਕਿੰਨਾ ਕੁ ਖਰਚਾ ਆ ਜਾਂਦਾ ਹੋਏਗਾ ਇਫ ਸਮਬਡੀ ਇਜ਼ ਪਲੈਨਿੰਗ, ਤਾਂ ਤੁਸੀਂ ਆਲ ਓਵਰ ਅਮਰੀਕਾ ਦੇ ਵਿੱਚ ਇਹਨੂੰ ਅਗਰ ਕੋਈ ਤੁਹਾਨੂੰ ਕਾਲ ਕਰਦਾ ਤਾਂ ਯੂ ਕੈਨ ਡੂ ਦੈਟ? Absolutely. So ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਕਿਸੇ ਵੀ ਸਟੇਟ 'ਚ ਤੇ ਅਸੀਂ ਤੁਹਾਡਾ ਕੇਸ ਹੈਂਡਲ ਕਰ ਸਕਦੇ ਹਾਂ। ਉਸ ਤੋਂ ਇਲਾਵਾ ਇਸਦਾ ਕਿੰਨਾ ਖਰਚਾ ਹੈ ਡਿਪੈਂਡ ਕਰਦਾ ਹੈ ਹਕੀਕਤ, ਇਟ ਡਿਪੈਂਡਸ। ਵਾਵਾ ਦੀ ਜੋ ਪਟੀਸ਼ਨ ਹੈ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ, a lot of people want to understand ਕੀ ਹੈ। ਇੱਕ ਤੇ I-360 ਜਿਹੜੀ ਐਪਲੀਕੇਸ਼ਨ ਹੈ ਸੈਪਰੇਟ ਹੈ ਤੇ ਗ੍ਰੀਨ ਕਾਰਡ ਦੀ ਪਟੀਸ਼ਨ ਸੈਪਰੇਟ ਹੈ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਕਈ ਲੋਕ ਇਨਐਡਮਿਸਿਬਲ ਹੁੰਦੇ ਨੇ, ਮਤਲਬ ਕਿ ਉਹਨਾਂ ਨੂੰ I-94 ਨਹੀਂ ਹੈ ਜਾਂ ਉਹਨਾਂ ਦੇ ਪਹਿਲਾਂ ਰਿਮੂਵਲ ਦੇ ਆਰਡਰ ਲੱਗੇ ਹੋਏ ਨੇ, ਤੇ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਅਪਰੂਵ ਕਰਵਾਈ ਜਾਏ ਪਟੀਸ਼ਨ। ਇਸ ਕਰਕੇ ਹਰ ਇੱਕ ਵਾਸਤੇ ਖਰਚਾ ਅਲੱਗ-ਅਲੱਗ ਹੋਏਗਾ, ਯੂਜਲੀ ਐਨੀਵੇਅਰ ਫਰਮ 10,000 ਟੂ ਉੱਤੇ ਖਰਚਾ ਹੋਏਗਾ। ਇਹ ਡਿਪੈਂਡ ਕਰਦਾ ਕਿ ਉਹਨਾਂ ਦੇ ਕੇਸ ਦੇ ਉੱਤੇ ਉਹਨਾਂ ਦੀ ਯੂਨੀਕ ਸਰਕਮਸਟੈਂਸਿਸ ਕੀ ਨੇ, ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ, ਕੀ ਉਹਨਾਂ ਨੇ ਫਰਾਡ ਕੀਤਾ ਵੀਜ਼ਾ ਲੈਣ ਵਾਸਤੇ, ਉਹਨਾਂ ਦੇ ਸਾਨੂੰ ਡਿਪਾਰਟਮੈਂਟ ਆਫ ਸਟੇਟ ਕੋਲ ਪੇਪਰ ਕਢਵਾਉਣੇ ਪੈ ਸਕਦੇ ਨੇ, ਆਈਸ ਕੋਲ ਪੇਪਰ ਕਢਵਾਉਣੇ ਪੈ ਸਕਦੇ ਨੇ, ਉਹਨਾਂ ਦਾ ਕੋਈ ਨਾ ਕੋਈ ਕੇਸ ਰੀਓਪਨ ਕਰਵਾਉਣਾ ਪੈ ਸਕਦਾ। ਸੋ ਇਟ ਡਿਪੈਂਡਸ, it's not an easy thing to do, right? It really depends on a person's situation. ਰਾਈਟ। ਔਰ ਜਿਹੜਾ ਤੁਸੀਂ ਕਿਹਾ ਕਿ 10 ਸਾਲ ਦਾ ਗ੍ਰੀਨ ਕਾਰਡ ਬਕਾਇਦਾ ਤੁਸੀਂ ਲੈ ਸਕਦੇ ਹੋ ਇਸ ਦੇ ਤਹਿਤ, ਤਾਂ ਮੈਨੂੰ ਇਹ ਵੀ ਜਾਣਕਾਰੀ ਦੇਵੋ ਤੇ ਬੰਦਾ ਫਿਰ ਸਿਟੀਜ਼ਨਸ਼ਿਪ ਕਦ ਅਪਲਾਈ ਕਰ ਸਕਦਾ ਆਪਣੀ? ਸੋ ਸਿਟੀਜ਼ਨਸ਼ਿਪ ਤੁਸੀਂ 5 ਸਾਲ ਬਾਅਦ ਅਪਲਾਈ ਕਰ ਸਕਦੇ ਹੋ। ਗ੍ਰੀਨ ਕਾਰਡ ਮਿਲਣ ਤੋਂ 5 ਸਾਲ ਬਾਅਦ ਤੁਸੀਂ ਸਿਟੀਜ਼ਨਸ਼ਿਪ ਅਪਲਾਈ ਕਰ ਸਕਦੇ ਹੋ। ਸੋ ਜਦ ਤੁਹਾਨੂੰ ਗ੍ਰੀਨ ਕਾਰਡ ਮਿਲਦਾ ਹੈ ਤਾਂ ਕੋਈ ਹੋਰ ਵੀ ਉਹਦੇ ਵਿੱਚ ਐਵੇਂ ਦੀ ਹਦਾਇਤ ਹੁੰਦੀ ਕਿ ਤੁਸੀਂ ਨਹੀਂ ਜਾ ਸਕਦੇ ਆਪਣੀ ਕੰਟਰੀ ਦੇ ਸੰਦਰਭ ਜਿਵੇਂ ਅਸਾਈਲਮ ਨੂੰ ਲੈ ਕੇ ਹੁੰਦੀ ਹੈ? ਨਹੀਂ, ਬਿਲਕੁਲ ਨਹੀਂ। ਤੁਸੀਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਤੁਸੀਂ ਬਿਲਕੁਲ ਟਰੈਵਲ ਕਰ ਸਕਦੇ ਹੋ ਆਪਣੇ ਗ੍ਰੀਨ ਕਾਰਡ ਨੂੰ ਮਿਲਣ ਤੋਂ ਬਾਅਦ। ਆਫ ਕੋਰਸ ਤੁਹਾਡੇ ਕੋਲ ਆਪਣੀ ਕੰਟਰੀ ਦਾ ਪਾਸਪੋਰਟ ਹੋਣਾ ਬਹੁਤ ਜ਼ਰੂਰੀ ਹੈ ਟਰੈਵਲ ਕਰਨ ਵਾਸਤੇ। ਇਫ ਯੂ ਡੋਨਟ ਹੈਵ ਪਾਸਪੋਰਟ ਦੈਨ ਯੂ ਕੈਨਟ ਟਰੈਵਲ। ਸੋ
And this applies for everyone ਜਿਵੇਂ ਤੁਸੀਂ ਦੱਸਿਆ ਕਿ it also applies for the asylum seekers? ਨਹੀਂ, so asylum seekers ਵਾਸਤੇ different ਹੈ, right? Asylum seekers are a different category. So ਮੈਂ ਤੁਹਾਡਾ question ਨਹੀਂ ਸਮਝ ਪਾਈ, ਤੁਸੀਂ ਮੈਨੂੰ ਜਿਨ੍ਹਾਂ ਨੇ asylum file ਕੀਤੀ ਹੈ ਕਿ ਉਹ ਵੀ ਕਰ ਸਕਦੇ ਨੇ ਵਾਵਾ ਦਾ ਕੇਸ? ਬਿਲਕੁਲ ਕਰ ਸਕਦੇ ਨੇ, ਅਗਰ ਉਹਨਾਂ ਨੂੰ ਰਿਮੂਵਲ ਦੇ ਆਰਡਰ ਹੋ ਗਏ ਨੇ। ਫॉर ਇੰਸਟੈਂਸ ਉਹਨਾਂ ਨੇ ਆਪਣਾ ਅਸਾਈਲਮ ਦਾ ਕੇਸ ਲਾਇਆ ਹੋਇਆ ਸੀ ਤੇ ਉਹਨਾਂ ਦਾ ਅਸਾਈਲਮ ਦਾ ਕੇਸ ਡਿਨਾਈ ਹੋ ਗਿਆ ਜੀ, ਹੁਣ ਉਹਨਾਂ ਦੀ ਅਪੀਲ ਚੱਲ ਰਹੀ ਹੈ। ਅਪੀਲ ਦੇ ਚੱਲਦੇ ਹੋਏ ਉਹਨਾਂ ਨੇ ਵਿਆਹ ਕਰਵਾ ਲਿਆ ਕਿਸੇ ਯੂਐਸ ਸਿਟੀਜ਼ਨ ਦੇ ਨਾਲ ਤੇ ਹੁਣ ਉਹਨਾਂ ਨੂੰ ਪਰੇਸ਼ਾਨੀ ਹੋਣੀ ਸ਼ੁਰੂ ਹੋ ਗਈ ਹੈ। ਉਹਨਾਂ ਦਾ ਯੂਐਸ ਸਿਟੀਜ਼ਨ ਸਪਾਊਸ ਹੈ ਜਾਂ ਹਸਬੈਂਡ ਜਾਂ ਵਾਈਫ ਹੈ, ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ, ਜਾਂ ਕੋਈ ਉਹਨਾਂ ਦਾ ਸਟੈਪ ਚਾਈਲਡ ਜਾਂ ਸਟੈਪ ਪੈਰੈਂਟ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ, ਤੇ ਬਿਲਕੁਲ ਆਪਣੀ ਵਾਵਾ ਦੀ ਪਟੀਸ਼ਨ ਕਰ ਸਕਦੇ ਨੇ ਤੇ ਉਹਦੇ ਥਰੂ ਗ੍ਰੀਨ ਕਾਰਡ ਲੈ ਸਕਦੇ ਨੇ ਆਪਣਾ। ਠੀਕ ਹੈ ਜੀ, ਕਾਫੀ ਸਾਰੀ ਕਾਲਸ ਹੈਗੀ ਹੈ ਲਾਈਨ ਤੇ, ਉਹਨਾਂ ਨੂੰ ਵੀ ਸੁਣ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਤੁਹਾਡਾ? ਮੈਂ ਨਾ ਇੱਥੇ ਨਿਊਯਾਰਕ ਵਿੱਚ ਯੌਂਕਰ 'ਚ ਰਹਿੰਦੀ, ਨਿਊਯਾਰਕ ਜੀ। ਹਾਂਜੀ, ਮੈਂ ਨਾ ਇੱਥੇ ਗ੍ਰੀਨ ਕਾਰਡ ਤੇ ਆਈ ਸੀ ਤੇ ਮੈਨੂੰ 2 ਸਾਲ ਦਾ ਗ੍ਰੀਨ ਕਾਰਡ ਵੀ ਦਿੱਤਾ ਗਿਆ ਤੇ ਫਿਰ ਉਸ ਤੋਂ ਬਾਅਦ 1 ਸਾਲ ਦਾ ਵੀ ਉਸ ਤੋਂ ਬਾਅਦ ਦਿੱਤਾ। ਫਿਰ 10 ਸਾਲ ਦਾ ਅਪਲਾਈ ਕੀਤਾ ਤੇ ਉਹਨਾਂ ਨੇ ਮੈਨੂੰ ਇੰਟਰਵਿਊ ਪਾ ਦਿੱਤਾ ਇਮੀਗ੍ਰੇਸ਼ਨ ਉਹਨੇ ਕੋਰਟ ਨੇ, ਤੇ ਪਰ ਮੇਰੇ ਵਕੀਲ ਨੇ ਮੈਨੂੰ ਜਾਣ ਨਹੀਂ ਦਿੱਤਾ ਸੀ ਉਹਦੇ ਤੇ ਇੰਟਰਵਿਊ ਦੇ ਉੱਤੇ। ਤੇ ਉਸ ਤੋਂ ਬਾਅਦ ਫਿਰ ਉਹਨੇ ਕੇਸ ਨੂੰ ਹੋਲਡ ਹੀ ਕਰ ਰੱਖਿਆ ਤੇ ਮੇਰੇ 2 ਬੱਚੇ ਨੇ, ਪਰ ਜਿਹਦੇ ਨਾਲ ਮੈਂ ਵਿਆਹ ਕਰਾ ਗਈ ਸੀ ਉਹਦੇ ਬੱਚੇ ਨਹੀਂ ਹੈਗੇ ਤੇ ਕਿਸੇ ਦੂਜੇ ਪਰਸਨ ਦੇ, ਪਰ ਉਹ ਜਿਹੜਾ ਪਰਸਨ ਆ ਉਹ ਵੀ ਹੁਣ ਨਹੀਂ ਹੈਗਾ, ਉਹ ਪਾਸ ਵੇ ਜੀ। ਤੇ ਮੇਰੇ ਕੇਸ ਦਾ ਕੀ ਹੋ ਸਕਦਾ? ਤੇ ਮੇਰੀ ਕੋਰਟ ਡੇਟ ਆ, ਕੇਸ ਹੁਣ ਓਪਨ ਕਰਵਾ ਲਿਆ ਜਿਹੜਾ ਮੇਰਾ ਵਿਆਹ ਵਾਲਾ ਸੀ, ਪਰ ਹਜੇ ਕੋਈ ਕੇਸ ਲਾਉਣਾ ਵਾ ਪਰ ਰਾਈਟ। ਤੁਸੀਂ ਕੰਮ ਕਰੋ, ਤੁਸੀਂ ਨਾ 718675 ਜਿਹੜਾ ਨੰਬਰ ਟੀਵੀ ਸਕਰੀਨ ਤੇ ਚੱਲ ਰਿਹਾ, ਤੁਸੀਂ ਸਤਵੰਤ ਹੋਰਾਂ ਨੂੰ ਕੱਲ ਸਵੇਰੇ 10 ਤੋਂ ਸ਼ਾਮ ਨੂੰ 6 ਵਜੇ ਤੱਕ ਕਿਸੇ ਵੀ ਟਾਈਮ ਕਾਲ ਕਰ ਲਿਓ, ਉਹ ਤੁਹਾਡੇ ਕੇਸ ਨੂੰ ਸਟੱਡੀ ਕਰ ਲੈਣਗੇ ਔਰ ਜ਼ਰੂਰ ਤੁਹਾਨੂੰ ਦੱਸ ਵੀ ਦੇਣਗੇ। ਐਂਡ ਸਤਵੰਤ, ਥੈਂਕ ਯੂ ਸੋ ਮਚ, ਤੁਸੀਂ ਇਸ ਮੁੱਦੇ ਨੂੰ ਉਠਾਇਆ ਐਂਡ ਆਈ ਕੈਨ ਡੈਫੀਨੇਟਲੀ ਰਿਲੇਟ ਕਿ ਕਿਵੇਂ ਬੀਤਦੀ ਹੈ ਸਾਡੀ ਕਮਿਊਨਿਟੀ ਦੇ ਵਿੱਚ। ਥੈਂਕ ਯੂ ਸੋ ਮਚ। ਜੇਕਰ ਤੁਹਾਡਾ ਗੱਲ ਨਹੀਂ ਹੁੰਦੀ ਤਾਂ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ harkirat@justbroadcasting.com ਦੇ ਉੱਤੇ, ਪਰ ਮੈਂ ਤੁਹਾਡਾ ਨੰਬਰ ਵੀ ਨੋਟ ਡਾਊਨ ਕਰ ਲਿਆ, ਮੈਂ ਸਤਵੰਤ ਹੋਰਾਂ ਨੂੰ ਦੇ ਦਾਂਗਾ, ਬਕਾਇਦਾ ਉਹਨਾਂ ਦੇ ਆਫਿਸ ਤੋਂ ਵੀ ਤੁਹਾਨੂੰ ਕਾਲ ਆ ਜਾਏਗਾ। ਥੈਂਕ ਯੂ ਸੋ ਮਚ, ਥੈਂਕ ਯੂ ਸਤਵੰਤ, ਥੈਂਕ ਯੂ ਸੋ ਮਚ ਫॉर ਰੇਜ਼ਿੰਗ ਦਿਸ ਟੌਪਿਕ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਰ ਜੀ, ਮੈਂ ਇੱਥੋਂ ਬਿਸ਼ਿੰਗਟਨ ਤੋਂ ਬੋਲਦਾ, ਸ਼ਹਿਰ ਦੇ ਲਾਗੇ ਤੋਂ ਜੀ। ਤੇ ਮੈਂ ਇਹ ਪਤਾ ਕਰਨਾ ਸੀ ਮੈਡਮ ਜੀ ਕੋਲੋਂ ਵੀ ਜਿਸ ਤਰ੍ਹਾਂ ਕਿਸੇ ਲੇਡੀਜ਼ ਦੇ ਕੋਲ ਗ੍ਰੀਨ ਕਾਰਡ ਹੈਗਾ ਆ ਜੀ, ਤੇ ਉਹ ਆਪਣੇ ਹਸਬੈਂਡ ਲਈ ਅਪਲਾਈ ਕਰ ਸਕਦਾ ਗ੍ਰੀਨ ਕਾਰਡ ਤੋਂ? ਹਾਂਜੀ ਬਿਲਕੁਲ ਅਪਲਾਈ ਕਰ ਸਕਦਾ। ਤੁਸੀਂ ਜਵਾਬ ਜਿਹੜਾ ਹੈਗਾ ਟੀਵੀ ਸਕਰੀਨ ਤੇ ਸੁਣ ਲਓ ਜੀ। ਹਾਂਜੀ ਹਾਂਜੀ ਜੀ। ਸੋ ਸਤਵੰਤ, ਕੀ ਉਹ ਅਪਲਾਈ ਕਰ ਸਕਦੇ ਨੇ? ਬਿਲਕੁਲ, ਉਹਨਾਂ ਦੀ ਵਾਈਫ ਦੇ ਕੋਲ ਗ੍ਰੀਨ ਕਾਰਡ ਹੈ ਤੇ ਜੇ ਉਹਨਾਂ ਦੇ ਹਸਬੈਂਡ ਲੀਗਲ ਤਰੀਕੇ ਦੇ ਨਾਲ ਇੱਥੇ ਯੂਐਸਏ 'ਚ ਆਏ ਸੀ ਤੇ ਉਹਨਾਂ ਵਾਸਤੇ ਅਪਲਾਈ ਕਰ ਸਕਦੇ ਨੇ। ਜੋ ਇਲੀਗਲ ਤਰੀਕੇ ਦੇ ਨਾਲ ਆਏ ਸੀ ਤਾਂ ਵੀ ਵੇਵਰਸ ਦੇ ਥਰੂ ਉਹਨਾਂ ਨੂੰ ਅਪਲਾਈ ਕਰ ਸਕਦੇ ਨੇ ਉਹ। ਰਾਈਟ। ਸੋ ਜਿਵੇਂ ਦਰਸ਼ਕਾਂ ਨੂੰ ਅਸੀਂ ਦੱਸਿਆ, ਜੇਕਰ ਤੁਸੀਂ ਗ੍ਰੀਨ ਕਾਰਡ ਤੋਂ ਇੱਥੇ ਪਹੁੰਚੇ ਸੀਗੇ, ਤੁਹਾਡੇ ਨਾਲ ਕੋਈ ਵੀ ਡੋਮੈਸਟਿਕ ਅਬਿਊਜ਼ ਹੁੰਦਾ, ਤੁਹਾਡੇ ਨਾਲ ਕੋਈ ਵਾਇਲੈਂਸ ਹੋ ਰਹੀ ਹੈ, ਤਾਂ ਤੁਸੀਂ ਹੁਣੇ ਹੀ ਇਹ ਨੰਬਰ ਨੋਟ ਡਾਊਨ ਕਰ ਲਿਓ 7186750700 ਤੇ ਸਤਵੰਤ ਹੋਰਾਂ ਨੂੰ ਕਾਲ ਕਰੋ, ਆਪਣੀ ਅਪਾਇੰਟਮੈਂਟ ਫਿਕਸ ਕਰੋ। ਆਫਿਸ ਤੋਂ ਇਹਨਾਂ ਦੇ ਕੋਈ ਵੀ ਫੋਨ ਚੱਕੇਗਾ ਤਾਂ ਤੁਸੀਂ ਕਹੋ ਕਿ ਆਈ ਵਾਂਟ ਟੂ ਟਾਕ ਟੂ ਸਤਵੰਤ ਬਿਕੋਜ਼ ਮੈਂ ਫ੍ਰੀ ਪਰਸਨ ਕੰਸਲਟੇਸ਼ਨ ਲੈਣੀ ਹੈਗੀ ਹੈ, ਔਰ ਤੁਹਾਨੂੰ ਸਤਵੰਤ ਉਹ ਕੰਸਲਟੇਸ਼ਨ ਦੇਣਗੇ। ਕਮਿਊਨਿਟੀ ਦੀ ਹੈਲਪ ਦੇ ਲਈ ਹਮੇਸ਼ਾ ਸਤਵੰਤ ਵਚਨਬੱਧ ਰਹੇ ਹਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹਿੰਦੇ ਰਹਿਣਗੇ। ਸਤਵੰਤ, ਡੈਫੀਨੇਟਲੀ ਆਈ ਵਾਂਟ ਟੂ ਗਿਵ ਯੂ lots of regards and thank you because ਤੁਸੀਂ ਬਹੁਤ ਵਧੀਆ ਟੌਪਿਕ ਅੱਜ ਚੱਕਿਆ ਔਰ ਮੈਨੂੰ ਲੱਗਦਾ ਕਿ ਜਿਹੜੀ ਕਾਲ ਆਈ ਹੈਗੀ ਹੈ ਔਰ ਕਈ ਸਾਡੇ ਜਿਹੜੇ ਦਰਸ਼ਕ ਨੇ they don't want to call but definitely they will call you personally ਜਿਨ੍ਹਾਂ ਦੀ ਵੀ ਕੋਈ ਪਰਸਨਲ ਪ੍ਰੋਬਲਮ ਚੱਲ ਰਹੀ ਹੈਗੀ ਹੈ ਇਸ ਟੌਪਿਕ ਦੇ ਰਿਲੇਟਡ। ਜਾਂਦੇ ਕੀ ਕਹਿਣਾ ਚਾਹੋਗੇ? ਮੈਂ ਆਪਣੀ ਆਡੀਅנס ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਸੁਰੱਖਿਅਤ ਰਹੋ, ਆਪਣੇ ਆਪ ਦੀਆਂ ਰਾਈਟਸ ਨੂੰ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰੋ ਕਿ ਕੀ ਹੈ। ਇੱਕ ਵਧੀਆ ਅਟਾਰਨੀ ਦੇ ਨਾਲ ਕੰਟੈਕਟ ਜ਼ਰੂਰ ਕਰੋ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ। ਤੇ ਇਸ ਤੋਂ ਇਲਾਵਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਬਿਲਕੁਲ ਜਾਂਦੇ ਮੈਨੂੰ ਵੀ ਯਾਦ ਆ ਗਿਆ ਰਣਬੀਰ ਕਪੂਰ ਦਾ ਗਾਣਾ ਸਾਡਾ ਹੱਕ ਇੱਥੇ ਰੱਖ, ਤੇ ਉਹ ਰੱਖਣਾ ਪੈਣਾ। ਥੈਂਕ ਯੂ ਵੈਰੀ ਮਚ ਜੁਆਇਨਿੰਗ ਅਸ। ਸੋ ਐ ਸੀਗੇ ਅਟਾਰਨੀ ਸਤਵੰਤ ਕੌਰ, ਲਾਅ ਮੈਟਰਸ ਵਿਦ ਹਰ। ਮਿਲਾਂਗੇ ਨੈਕਸਟ ਵੀਕ ਥਰਸਡੇ ਨੂੰ ਔਰ ਲੈ ਕੇ ਆਵਾਂਗੇ ਇਸ ਪ੍ਰੋਗਰਾਮ ਨੂੰ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਵੋ ਇਜਾਜ਼ਤ। ਧੰਨਵਾਦ, ਸਤਿ ਸ੍ਰੀ ਅਕਾਲ। This is Just Broadcasting and you're watching Just Punjabi.
Facebook is one of the best ways to keep in touch with your friends, like Just Punjabi. So add us as a friend and join the fan club. You'll get access to exclusive photos, watch never-before-seen teasers for upcoming shows, and see what it's like to be part of the Just Punjabi team. Thanks for the ad. This is Just Broadcasting, and you're watching Just Punjabi. Prime Time is brought to you by Lakshmi Sharbati Chapati Flour, whole wheat no मैदा, रखिए आपकी रोटी को सॉफ्ट और फ्रेश 8 घंटों के बाद भी. Eagle Truck Lines Incorporated and Eagle Freightways Incorporated. Amba Jewelers, pure, unique, royal and attractive jewelry designs.